ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 12ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਹਠ ਕਰ ਮਰੇ ਨ ਲੇਖੇ ਪਾਵੈ, ਵੇਸ ਕਰੇ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ, ਤੂੰ ਮਨ ਹਰਿ ਜਿਉ ਤੂੰ ਮਨ ਸੂਖ, ਨਾਮ ਵਿਸਾਰ ਸਾਏ ਜਮ ਦੁਖ ਰਹਾਓ। ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਵਿਸਾਰੀਏ ਸਭ ਕੂੜੋ ਕੂੜ, ਕੂੜੋ ਕੂਰ, ਨੇਜੇ ਵਾਜੇ ਤਖਤ ਸਲਾਮ, ਅਦ ਕੀ ਤ੍ਰਿਸ਼ਨਾ ਵਿਆਪੇ ਕਾਮ, ਬਿਨ ਹਰ ਜਾਚੇ ਭਗਤ ਨ ਨਾਮ, ਵਾਦ ਅਹੰਕਾਰ ਨਾਹੀ ਪ੍ਰਭ ਮੇਲਾ, ਮਨ ਦੇ ਭਾਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ, ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹ ਸਾਗਰ ਨਹੀਂ ਵਾਟ, ਬਿਨ ਗੁਰ ਸੇਵੇ ਕਾਟੇ ਕਾਟ, ਤਿਸ ਕੋ ਵਾਹ ਵਾਹ ਜੋ ਵਾਟ ਦਿਖਾਵੈ, ਤਿਸ ਕੋ ਵਾਹ ਵਾਹ ਜੋ ਸ਼ਬਦ ਸੁਣਾਵੈ, ਤਿਸ ਕੋ ਵਾਹ ਵਾਹ ਜੋ ਮੇਲ ਮਿਲਾਵੈ, ਬਾਵਾ ਤਿਸ ਕੋ ਜਿਸਕਾ ਇਹ ਜੀਓ, ਗੁਰ ਸਬਦੀ ਮਥ ਅੰਮ੍ਰਿਤ ਪੀਓ, ਨਾਮ ਵਿਡਾਈ ਤੁਧ ਭਾਣੇ ਦਿਓ, ਨਾਮ ਬਿਨਾ ਕਿਉ ਜੀਵਾ ਮਾਏ, ਅੰਧਨ ਜਬ ਤਰੀ ਸਰਨਾਏ, ਨਾਨਕ ਨਾਮ ਰਤੇ ਬਤ ਪਾਈ, ਨਾਮ ਬਿਨਾ ਕਿਉ ਜੀਵਾ ਮਾਈ, ਅੰਧਨ ਜਬ ਰਹੇ ਤੇਰੀ ਸਰਨਾਈ, ਨਾਨਕ ਨਾਮ ਰਤੇ ਪਤ ਪਾਈ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਜੋ ਜੀਵ ਹਠ ਯੋਗ ਦੀ ਸਾਧਨਾ ਕਰਕੇ ਮਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਜੀਵ ਈਸ਼ਰੀ ਦਰਗਾਹ ਵਿੱਚ ਲੇਖੇ ਵਿੱਚ ਨਹੀਂ ਪੈਂਦਾ ਜੀ, ਭਾਵ ਪ੍ਰਵਾਨ ਨਹੀਂ ਚੜ੍ਹਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਹ ਹਠ ਯੋਗ ਦੇ ਰਿੱਧੀਆਂ ਸਿੱਧੀਆਂ ਦੇ ਦਿਖਾਵੇ ਦੇ ਬਹੁਤ ਭੇਖ ਧਾਰਦਾ ਹੈ ਜੀ, ਅਤੇ ਆਪਣੇ ਸਰੀਰ ਉੱਤੇ ਭਸਮ ਭਾਵ ਸੁਆਹ ਲਗਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰਸ਼ਬਦ ਨਾਮ ਨੂੰ ਭੁਲਾ ਕੇ ਪਿੱਛੋਂ ਪਛਤਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਤੁਸੀਂ ਆਪਣੇ ਮਨ ਵਿੱਚ ਪਰਮੇਸ਼ਰ ਹਰਿ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵਸਾ ਲਵੋ ਜੀ, ਅਤੇ ਮਨ ਵਿੱਚ ਸੁੱਖ ਮਾਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਹ ਯਾਦ ਰੱਖੋ ਜੀ ਕਿ ਗੁਰਸ਼ਬਦ ਨਾਮ ਨੂੰ ਭੁਲਾ ਕੇ ਜਮਾਂ ਦਾ ਦੁੱਖ ਹੀ ਸਹਿਣਾ ਪਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੀਵ ਆਪਣੇ ਸਰੀਰ ਉੱਤੇ ਸੈਂਟ ਸੁਗੰਧੀਆਂ ਵਾਲੀਆਂ ਚੀਜ਼ਾਂ ਲਾਈਕ ਅਤਰ ਸੈਂਟ ਚੰਦਨ ਅਗਰ ਅਤੇ ਕਪੂਰ ਆਦਿ ਦੀਆਂ ਸੁਗੰਧਿਤ ਚੀਜ਼ਾਂ ਨੂੰ ਵਰਤਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮਾਇਆਵੀ ਵਿਕਾਰਾਂ ਵਿੱਚ ਮਗਨ ਰਹਿੰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਤੋਂ ਪਰਮ ਪਦ ਦੂਰ ਹੀ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਨੂੰ ਭੁਲਾ ਦੇਣ ਨਾਲ ਸਭ ਕੂੜ ਹੀ ਕੂੜ ਹੈ ਜੀ, ਭਾਵ ਝੂਠ ਹੀ ਝੂਠ ਹੈ ਜੀ। ਦੁਨਿਆਵੀ ਪਦਾਰਥ ਚਮਕੀਲੇ ਮਾਇਆਵੀ ਵਿਕਾਰਾਂ 'ਚ ਹੀ ਫਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕਿਸੇ ਜੀਵ ਨੂੰ ਪਾਸ ਰਾਜ ਹੋਵੇ, ਰਾਜਸੀ ਠਾਠ ਵਾਲੇ ਨੇਜੇ ਨਗਾਰੇ ਤਖਤ ਅਤੇ ਸਲਾਮ ਕਰਨ ਵਾਲੇ ਸਿਪਾਹੀ ਹੋਣ, ਅਤੇ ਉਹਨਾਂ ਦੀ ਤ੍ਰਿਸ਼ਨਾ ਫਿਰ ਹੋਰ ਵੀ ਵੱਧਦੀ ਹੈ ਜੀ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਹੰਕਾਰ ਹੁੰਦਾ ਹੈ ਕਿ ਮੈਂ ਬੜਾ ਧਨਵਾਨ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਕਾਮ ਭੋਗ ਦੀ ਇੱਛਾ ਉਹਨਾਂ ਨੂੰ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਤੋਂ
ਜਾਚਨਾ ਕੀਤੇ ਬਿਨਾਂ ਨਾ ਭਗਤੀ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਨਾ ਹੀ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸ਼ਾਸਤਰ ਵਾਦ ਵਿਵਾਦ ਅਤੇ ਹੰਕਾਰ ਦੁਆਰਾ ਪਰਮੇਸ਼ਰ ਨਾਲ ਮੇਲ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨ ਅਰਪਿਤ ਕਰਨ ਨਾਲ ਹੀ, ਭਾਵ ਆਪਣਾ ਮਨ ਗੁਰੂ ਅੱਗੇ ਸਰੈਂਡਰ ਕਰਨਾ, ਭਾਵ ਅਰਪਿਤ ਕਰਨ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਹੁੰਦਾ ਹੈ ਜੀ। ਭਾਵ ਆਪਣੇ ਮਾਇਆਵੀ ਵਿਕਾਰ ਕਾਬੂ ਕਰਕੇ ਗੁਰਸ਼ਬਦ ਨਾਲ ਜੁੜ ਕੇ ਉਸਨੂੰ ਮਨ ਵਿੱਚ ਵਸਾਉਣ ਨਾਲ ਹੀ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦਵੈਤ ਭਾਵ ਮਾਇਆਵੀ ਵਿਕਾਰ ਦੁਖਦਾਇਕ ਅਤੇ ਅਗਿਆਨਤਾ ਦਾ ਕਾਰਨ ਹੀ ਬਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਬਿਨਾਂ ਪੈਸਿਆਂ ਦੇ, ਧਨ ਦੇ ਦੁਕਾਨ ਤੋਂ ਸੌਦਾ ਨਹੀਂ ਮਿਲਦਾ ਜੀ, ਅਸੀਂ ਕੁਝ ਵੀ ਖਰੀਦ ਨਹੀਂ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਬਿਨਾਂ ਜਹਾਜ਼ ਦੇ ਸਮੁੰਦਰ ਦਾ ਰਸਤਾ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਗੁਰੂ ਦੀ ਸੇਵਾ, ਭਾਵ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਤੋਂ ਬਿਨਾਂ ਘਾਟਾ ਹੀ ਘਾਟਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖਾਂ ਨੂੰ ਵਾਹ ਹੈ ਜੀ ਜੋ ਪਰਮੇਸ਼ਰ ਦੇ ਮਿਲਾਪ ਦਾ ਰਸਤਾ ਵਿਖਾ ਦੇਣ ਜੀ। ਭਾਵ ਉਹਨਾਂ ਗੁਰਮੁਖਾਂ ਨੂੰ ਸ਼ਾਬਾਸ਼ ਹੈ ਜੀ ਜੋ ਗੁਰੂ ਦੇ ਦੱਸਦੇ ਹੋਏ ਰਸਤੇ ਤੇ ਗੁਰਸ਼ਬਦ ਨਾਲ ਲੱਗੇ ਹੋਏ ਹਨ ਜੀ ਅਤੇ ਦੂਸਰਿਆਂ ਨੂੰ ਵੀ ਉਸ ਦਾ ਰਸਤਾ ਵਿਖਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਵਾਹ ਹੈ ਜੀ ਜੋ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸੁਣਾ ਦੇਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਵੀ ਵਾਹ ਹੈ ਜੀ ਜੋ ਗੁਰਬਾਣੀ ਰੂਪ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਿਲਾ ਦੇਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਵੀ ਵਾਹ ਹੈ ਜੀ ਜਿਨ੍ਹਾਂ ਦੀ ਇਹ ਦਿੱਤੀ ਹੋਈ ਜ਼ਿੰਦਗੀ ਭਾਵ ਜੀਵਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਬਾਣੀ ਦੇ ਗੁਰਸ਼ਬਦ ਨਾਮ ਰਾਹੀਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਰੱਜ ਕੇ ਪੀਓ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਦੀ ਵਡਿਆਈ ਆਪਣੀ ਮਿਹਰ ਕਿਰਪਾ ਨਾਲ ਤੁਹਾਨੂੰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਾਂ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਮੈਂ ਕਿਸ ਤਰ੍ਹਾਂ ਆਤਮਿਕ ਤੌਰ ਤੇ ਸੁਖੀ ਹੋ ਕੇ ਜੀਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਮੇਰੇ ਇਹ ਦਿਲ ਦੀ ਇੱਛਾ ਹੈ, ਭਾਵ ਹਾਰਦਿਕ ਇੱਛਾ ਹੈ ਜੀ ਕਿ ਮੈਂ ਤੇਰੀ ਸ਼ਰਨ ਵਿੱਚ ਆ ਜਾਵਾਂ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਮੇਸ਼ਾ ਜਪਦਾ ਰਹਾਂ ਜੀ। ਭਾਵ ਆਪਣੇ ਹਿਰਦੇ ਦੇ ਅੰਦਰ ਵਸਾ ਲਵਾਂ ਜੀ ਅਤੇ ਨਿਤ ਹਰ ਰੋਜ਼ ਜਪਦਾ ਰਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਵਿੱਚ ਲੀਨ ਰਹਿਣ ਨਾਲ ਹੀ ਪ੍ਰਤਿਸ਼ਠਾ ਭਾਵ ਅਸਲੀ ਭਗਤੀ ਹੁੰਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੱਠ ਸਾਧਨਾ ਤੇ ਰਿੱਧੀਆਂ ਸਿੱਧੀਆਂ ਇਸ ਤਰ੍ਹਾਂ ਦੇ ਹੋਰ ਕਰਮ ਕਾਂਡਾਂ ਜਾਂ
ਅਨੁਸ਼ਠਾਨਾਂ ਵਿਕਾਰਾਂ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵੇਸ਼ ਨਹੀਂ ਮਿਲਦਾ ਜੀ। ਭਾਵ ਤੁਸੀਂ ਪਰਮੇਸ਼ਰ ਨਾਲ ਜੁੜ ਹੀ ਨਹੀਂ ਸਕਦੇ ਜੀ ਜੇ ਤੁਸੀਂ ਆਪਣੇ ਅੰਦਰ ਮਾਇਆਵੀ ਵਿਕਾਰ ਫਾਲੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਸਾਰਿਕ ਪ੍ਰਾਪਤੀਆਂ ਅਤੇ ਸੁੱਖ ਸੁਵਿਧਾਵਾਂ ਸਭ ਨਾਸ਼ਮਨ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੰਕਾਰ ਅਤੇ ਹੋਰ ਮਾਇਆਵੀ ਵਿਕਾਰ ਪਰਮੇਸ਼ਰ ਨਾਲ ਮਿਲਣ ਤੋਂ ਰੁਕਾਵਟ ਬਣਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਸਾਡੀ ਗੁਰਬਾਣੀ ਦਿਖਾਉਂਦੀ ਹੈ ਜੀ, ਜੋ ਕਿ ਗੁਰਸ਼ਬਦ ਨਾਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਉਹਨਾਂ ਪਰਮ ਗੁਰਮੁਖ ਸਾਧਕਾਂ ਦੀ ਸਥਿਤੀ ਅਤ ਉੱਤਮ ਹੈ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਆਪ ਨੂੰ ਉਸ ਪਾਸੇ ਲਗਾਉਂਦੇ ਹਨ ਜੀ ਅਤੇ ਗੁਰਸ਼ਬਦ ਨਾਮ ਦਾ ਅੰਮ੍ਰਿਤ ਪੀਂਦੇ ਹਨ ਜੀ ਅਤੇ ਹੋਰਨਾਂ ਨੂੰ ਵੀ ਸਹੀ ਰਸਤਾ ਸਹੀ ਮਾਰਗ ਦਿਖਾਉਂਦੇ ਹਨ ਜੀ ਅਤੇ ਪਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਗੁਰਸ਼ਬਦ ਨਾਮ ਨੂੰ ਸਮਝਣਾ ਅਤੇ ਗੁਰਸ਼ਬਦ ਨਾਮ ਨੂੰ ਸਿਮਰਨਾ ਹੀ ਇਸ ਭਵਸਾਗਰ ਤੋਂ ਸੰਸਾਰਿਕ ਭਵਸਾਗਰ ਤੋਂ ਪਾਰ ਹੋਣ ਵਿੱਚ ਸਹਾਈ ਹੁੰਦਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜਿਤਨੀ ਦੇਰ ਮਨ ਆਪਣੀ ਚਤੁਰਾਈਆਂ ਤੇ ਮਾਇਆਵੀ ਵਿਕਾਰ ਨਹੀਂ ਛੱਡਦਾ ਜੀ, ਖਤਮ ਨਹੀਂ ਕਰਦਾ ਜੀ, ਕਾਬੂ ਵਿੱਚ ਨਹੀਂ ਲਿਆਂਦਾ ਜੀ, ਗੁਰੂ ਜੀ ਕਹਿੰਦੇ ਹਨ ਉਤਨੀ ਚਿਰ ਆਤਮਕ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਸੇਵਾ ਮਾਨੋ ਇੱਕ ਜਹਾਜ਼ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਹ ਜਹਾਜ਼ ਨਾਲ ਹੀ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੀਦਾ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਗੁਰੂ ਦਾ ਸ਼ਬਦ ਨਾਮ ਅੰਮ੍ਰਿਤ ਰੂਪ ਹੈ ਜੀ, ਪਰ ਇਹ ਮਨ ਵਿੱਚ ਵਸਾਉਣ ਤੋਂ ਬਿਨਾਂ ਕੰਟਰੋਲ ਵਿੱਚ ਨਹੀਂ ਆਉਂਦਾ ਜੀ। ਭਾਵ ਗੁਰਸ਼ਬਦ ਨੂੰ ਮਨ ਵਿੱਚ ਵਸਾਉਣਾ ਹੈ, ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਇਹ ਮਨ ਹਮੇਸ਼ਾ ਇੱਧਰ ਉੱਧਰ ਆਪਣੀਆਂ ਚਤਰਾਈਆਂ ਹੀ ਕਰਦਾ ਰਹੇਗਾ ਜੀ, ਕੰਟਰੋਲ 'ਚ ਨਹੀਂ ਆਏਗਾ ਜੀ। ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਤੇ ਮਨ ਵਿੱਚ ਵਸਾਉਣ ਨਾਲ ਹੀ ਇਹ ਮਨ ਕੰਟਰੋਲ ਵਿੱਚ ਆ ਸਕਦਾ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਪੀਤਾ ਜਾ ਸਕਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।